हाँ जी, सत श्री अकाल जी साਰਿਆਂ ਨੂੰ। पंजाब मेड भी ਤੁਹਾਡਾ बहुत बहुत स्वागत करते हैं। तो अज ਆਪਾਂ गल करांगे द सीक्रेट बुक रहस्य दी। सो जिंदगी ਦਾ रहस्य इस बुक ਦੇ ਵਿੱਚ ਦੱਸਿਆ ਗਿਆ ਹੈ, ਜਿਸ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ। ਤੇ ਇਹ ਟੈਕਨੀਕ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਨੂੰ ਅਚੀਵ ਕਰ ਸਕਦੇ ਹੋ। ਤੇ ਜੇਕਰ ਤੁਹਾਨੂੰ ਇਹ ਰਹੱਸ ਬਾਰੇ ਚੰਗੀ ਤਰ੍ਹਾਂ ਸਮਝ ਆ ਗਈ ਤਾਂ ਇਹ ਤੁਹਾਨੂੰ ਸਭ ਕੁਝ ਦੇ ਸਕਦਾ ਹੈ। ਖੁਸ਼ੀਆਂ, ਧਨ, ਦੌਲਤ, ਤੁਸੀਂ ਜੋ ਚਾਹੋ ਉਹ ਪਾ ਸਕਦੇ ਹੋ। ਤੇ ਬਹੁਤ ਸਾਰਿਆਂ ਦੇ ਇਹ ਵੀਡੀਓ ਦਿਮਾਗ ਦੇ ਉੱਤੋਂ ਨਿਕਲ ਜਾਵੇਗੀ ਤੇ ਜਿਨ੍ਹਾਂ ਦਾ ਇਹ ਚੀਜ਼ ਵਿੱਚ ਭਰੋਸਾ ਨਹੀਂ ਹੈ ਉਹਨਾਂ ਦੀ ਵੀ ਸਮਝ ਤੋਂ ਸ਼ਾਇਦ ਬਾਹਰ ਹੋ ਜਾਵੇ। ਪਰ ਜੇਕਰ ਤੁਸੀਂ ਪੋਜ਼ਿਟਿਵਿਟੀ, ਲਾਅ ਆਫ ਅਟਰੈਕਸ਼ਨ, ਆਕਰਸ਼ਣ ਦੇ ਸਿਧਾਂਤ ਤੇ ਥੋੜਾ ਜਿਹਾ ਵੀ ਭਰੋਸਾ ਕਰਦੇ ਹੋ ਤਾਂ ਇਹ ਟੈਕਨੀਕ ਤੁਹਾਡੇ ਲਈ ਵਰਕ ਕਰੇਗੀ, ਜ਼ਰੂਰ ਕਰੇਗੀ। ਸੋ ਅੱਜ ਆਪਾਂ ਗੱਲ ਕਰਾਂਗੇ ਦ ਸੀਕ੍ਰੇਟ ਬੁੱਕ ਰਹੱਸ ਦੀ। ਸੋ ਇਹ ਬੁੱਕ ਵਿੱਚ ਬਹੁਤ ਸਾਰੇ ਰਿਸਰਚਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਕਰਸ਼ਣ ਦੀ। ਆਕਰਸ਼ਣ ਉਹ ਹੁੰਦਾ ਜਿਸ ਬਾਰੇ ਅਸੀਂ 24 ਘੰਟੇ ਆਪਣੇ ਦਿਮਾਗ ਦੇ ਵਿੱਚ ਸੋਚਦੇ ਰਹਿੰਦੇ ਆ। ਮਤਲਬ ਜਿਸ ਚੀਜ਼ ਬਾਰੇ ਅਸੀਂ 24 ਘੰਟੇ ਸੋਚਦੇ ਰਹਿੰਦੇ ਆ ਉਸ ਚੀਜ਼ ਨੂੰ ਅਸੀਂ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੁੰਦੇ ਆ, ਬੇਸ਼ੱਕ ਉਹ ਨੈਗੇਟਿਵਿਟੀ ਹੋਵੇ ਜਾਂ ਪੋਜ਼ਿਟਿਵਿਟੀ। ਤੇ ਤੁਹਾਡੇ ਨਾਲ ਜ਼ਿੰਦਗੀ ਵਿੱਚ ਉਹੀ ਘਟਣ ਲੱਗ ਜਾਂਦਾ ਹੈ ਕੁਝ ਕੁ ਦਿਨਾਂ ਬਾਅਦ, ਸਮਾਂ ਕਿੰਨਾ ਵੀ ਹੋ ਸਕਦਾ ਹੈ। ਮਤਲਬ ਜੋ ਵੀ ਅੱਜ ਸਾਡੇ ਨਾਲ ਹੋ ਰਿਹਾ ਹੈ ਉਸ ਬਾਰੇ ਅਸੀਂ ਕਦੇ ਨਾ ਕਦੇ, ਕਿਤੇ ਨਾ ਕਿਤੇ ਜ਼ਰੂਰ ਸੋਚ ਰਹੇ ਹੋਵਾਂਗੇ, ਤਾਂ ਹੀ ਉਹ ਅੱਜ ਸਾਡੇ ਨਾਲ ਹੋ ਰਿਹਾ ਹੈ। ਸੋ ਇਸ ਨਾਲ ਅਸੀਂ ਜੋ ਵੀ ਚਾਹੁੰਦੇ ਆ ਉਹ ਬਣ ਸਕਦੇ ਆ, ਜੋ ਵੀ ਚਾਹੁੰਦੇ ਆ ਉਹ ਪਾ ਸਕਦੇ ਆ, ਬੇਸ਼ੱਕ ਉਹ ਚੀਜ਼ ਜਿੰਨੀ ਮਰਜ਼ੀ ਵੱਡੀ ਹੋਵੇ। ਤੁਸੀਂ ਕਿਵੇਂ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ, ਕਿਵੇਂ ਦਾ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਕਿਵੇਂ ਦੇ ਘਰ ਵਿੱਚ ਰਹਿਣਾ ਚਾਹੁੰਦੇ ਹੋ, ਕੀ ਤੁਸੀਂ ਬਹੁਤ ਜ਼ਿਆਦਾ ਕਾਮਯਾਬ ਹੋਣਾ ਚਾਹੁੰਦੇ ਹੋ, ਤੁਹਾਡੀ ਅਸਲੀ ਚਾਹਤ ਕੀ ਹੈ, ਇਹ ਸਿੱਧ ਹੋਣਾ ਜ਼ਰੂਰੀ ਹੈ। ਜਦੋਂ ਸਬਕੌਂਸ਼ੀਅਸ ਮਾਈਂਡ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਅਸਲ ਵਿੱਚ ਕੀ ਚਾਹੁੰਦੇ ਹੋ ਤਾਂ ਤੁਹਾਡੇ ਨਾਲ ਉਹ ਘਟਣ ਲੱਗ ਜਾਂਦਾ ਹੈ, ਵਾਪਰਨ ਲੱਗ ਜਾਂਦਾ ਹੈ। ਸੋ ਬੁੱਧੀਜੀਵੀ ਇਹ ਟੈਕਨੀਕ ਨੂੰ ਹਮੇਸ਼ਾ ਤੋਂ ਵਰਤ ਰਹੇ ਨੇ। ਸੋ ਅਜਿਹਾ ਕਿਉਂ ਹੁੰਦਾ ਹੈ ਕਿ ਪੂਰੀ ਦੁਨੀਆ ਦੀ ਕਮਾਈ ਦਾ 96% ਹਿੱਸਾ ਆਬਾਦੀ ਦੇ 1% ਲੋਕ ਕਮਾ ਰਹੇ ਨੇ। ਸੋ ਇਹ ਚੀਜ਼ ਨੂੰ ਇਤਫਾਕ ਬਿਲਕੁਲ ਨਾ ਸਮਝਿਓ, ਕਿਉਂਕਿ ਉਹਨਾਂ ਨੇ ਕਿਸੇ ਰਹੱਸ ਨੂੰ ਸਮਝਿਆ ਸੀ ਤੇ ਇਹੀ ਰਹੱਸ ਨਾਲ ਤੁਹਾਨੂੰ ਜਾਣੂ ਕਰਾਇਆ ਜਾ ਰਿਹਾ ਹੈ। ਸੋ ਆਕਰਸ਼ਣ ਦੇ ਸਿਧਾਂਤ ਬਾਰੇ ਸਾਨੂੰ ਬਹੁਤ ਸਮਾਂ ਪਹਿਲਾਂ ਪਤਾ ਸੀ, ਪਰ ਇਸ ਉੱਤੇ ਅਸੀਂ ਵੀਡੀਓ ਨਹੀਂ ਬਣਾਈ ਕਿਉਂਕਿ ਅਸੀਂ ਇਸ ਨੂੰ ਪੂਰੀ ਤਰ੍ਹਾਂ ਅਜਮਾ ਕੇ ਵੇਖਣਾ ਚਾਹੁੰਦੇ ਸੀ। ਸੋ ਸਾਡੀ ਜ਼ਿੰਦਗੀ ਵਿੱਚ ਆਕਰਸ਼ਣ ਦੇ ਸਿਧਾਂਤ ਨੇ ਬਹੁਤ ਵੱਡਾ ਬਦਲਾਅ ਲਿਆਂਦਾ ਹੈ। ਸੋ ਤੁਹਾਡੀ ਜ਼ਿੰਦਗੀ ਵਿੱਚ ਵੀ ਲਿਆ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਪੂਰੇ ਵਿਸ਼ਵਾਸ ਨਾਲ ਕਰਦੇ ਹੋ। ਸੋ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਵਿਚਾਰਾਂ ਦੀ ਵੀ ਇੱਕ ਫ੍ਰੀਕੁਐਂਸੀ ਹੁੰਦੀ ਹੈ। ਹਰੇਕ ਵਿਚਾਰ ਨੂੰ ਅਸੀਂ ਮਾਪ ਸਕਦੇ ਹਾਂ। ਸੋ ਕਿਸੇ ਵਿਚਾਰ ਨੂੰ ਤੁਸੀਂ ਬਾਰ-ਬਾਰ ਸੋਚ ਰਹੇ ਹੋ ਤਾਂ ਤੁਸੀਂ ਉਸ ਦੀ ਛਵੀ ਆਪਣੇ ਦਿਮਾਗ ਵਿੱਚ ਬਣਾ ਰਹੇ ਹੋ। ਜਿਵੇਂ ਗੱਡੀ ਲੈਣੀ ਹੈ, ਪੈਸੇ ਦੀ ਜ਼ਰੂਰਤ ਹੈ, ਕੰਪਨੀ ਖੜੀ ਕਰਨੀ ਹੈ ਜਾਂ ਫਿਰ ਆਪਣੇ ਜੀਵਨ ਸਾਥੀ ਨੂੰ ਪਾਉਣਾ ਹੈ। ਜਦੋਂ ਤੁਸੀਂ ਉਸ ਦੀ ਕਲੀਅਰ ਪਿਕਚਰ ਬਣਾ ਲੈਂਦੇ ਹੋ ਤਾਂ ਉਹ ਫ੍ਰੀਕੁਐਂਸੀ ਨੂੰ ਅਸੀਂ ਲਗਾਤਾਰ ਬਾਹਰ ਛੱਡ ਰਹੇ ਹੁੰਦੇ ਆ। ਸੋ ਜੌਨ ਅਸ਼ਰਫ ਦੇ ਹਿਸਾਬ ਨਾਲ ਜਿਵੇਂ ਚੁੰਬਕ ਆਪਣੀ ਫੋਰਸ ਨਾਲ ਦੂਜੇ ਚੁੰਬਕ ਨੂੰ ਜਾਂ ਲੋਹੇ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ, ਸੋ ਇਸੇ ਤਰ੍ਹਾਂ ਤੁਹਾਡਾ ਆਕਰਸ਼ਣ ਵੀ ਚੀਜ਼ਾਂ ਨੂੰ ਖਿੱਚਦਾ ਹੈ। ਤੇ ਜਿਵੇਂ ਅਸੀਂ ਚੁੰਬਕ ਦੀ ਫੋਰਸ ਨੂੰ ਦੇਖ ਨਹੀਂ ਸਕਦੇ ਉਸੇ ਤਰ੍ਹਾਂ ਇਹ ਫੋਰਸ ਨੂੰ ਵੀ ਅਸੀਂ ਦੇਖ ਨਹੀਂ ਸਕਦੇ। ਸੋ ਬੇਸ਼ੱਕ ਤੁਹਾਡੀ ਕਿਵੇਂ ਦੀ ਵੀ ਕੰਡੀਸ਼ਨ ਹੋਵੇ, ਪਰ ਤੁਸੀਂ ਆਪਣੇ ਆਪ ਨੂੰ ਖੁਸ਼ੀਆਂ ਵਿੱਚ ਰਹਿੰਦੇ ਹੋਏ ਦੇਖੋ, ਖੁਸ਼ੀਆਂ ਵਿੱਚ ਜਿਉਂਦੇ ਹੋਏ ਦੇਖੋ, ਤੁਹਾਡੇ ਹਾਲਾਤ ਬਹੁਤ ਵਧੀਆ ਹੋ ਜਾਣਗੇ। ਤੇ ਹੁਣ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਲੋਕ ਉਹੀ ਚੀਜ਼ ਬਾਰੇ ਸੋਚਦੇ ਨੇ ਜੋ ਉਹ ਨਹੀਂ ਚਾਹੁੰਦੇ ਤੇ ਫਿਰ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਉਹਨਾਂ ਦੇ ਨਾਲ ਬਾਰ-ਬਾਰ ਐਦਾਂ ਕਿਉਂ ਹੋ ਰਿਹਾ ਹੈ। ਤੇ ਆਕਰਸ਼ਣ ਦਾ ਸਿਧਾਂਤ ਇਹ ਪ੍ਰਵਾਹ ਨਹੀਂ ਕਰਦਾ ਕਿ ਜੋ ਤੁਸੀਂ ਸੋਚ ਰਹੇ ਹੋ ਇਹ ਚੰਗਾ ਹੈ ਜਾਂ ਬੁਰਾ, ਇਹ ਤੁਹਾਨੂੰ ਚਾਹੀਦਾ ਜਾਂ ਨਹੀਂ, ਬਸ ਉਹ ਵਿਚਾਰਾਂ ਤੇ ਕੰਮ ਕਰਦਾ ਹੈ। ਮਤਲਬ ਜੇ ਤੁਸੀਂ ਹੁਣ ਬੈਠ ਕੇ ਆਪਣੇ ਕਰਜ਼ ਦਾ ਬੋਝ ਦੇਖ ਰਹੇ ਹੋ, ਉਸ ਬਾਰੇ ਬਾਰ-ਬਾਰ ਸੋਚ ਰਹੇ ਹੋ ਤਾਂ ਤੁਸੀਂ ਉਸ ਨੂੰ ਹੋਰ ਆਕਰਸ਼ਿਤ ਕਰ ਰਹੇ ਹੋ। ਉਹੀ ਸੰਕੇਤ ਤੁਸੀਂ ਬਾਹਰੀ ਦੁਨੀਆ ਨੂੰ ਦੇ ਰਹੇ ਹੋ। ਕਹਿਣ ਦਾ ਮਤਲਬ ਤੁਸੀਂ ਇਹ ਗੱਲ ਨੂੰ ਮਨਜ਼ੂਰ ਕਰ ਰਹੇ ਹੋ ਕਿ ਇਹ ਕਰਜ਼ ਦਾ ਬੋਝ ਤਾਂ ਮੇਰੀ ਜਾਨ ਲੈ ਕੇ ਰਹੇਗਾ। ਸੋ ਇਸ ਦਾ ਮਤਲਬ ਫਿਰ ਤੁਹਾਡੇ ਨਾਲ ਉਹੀ ਜ਼ਿਆਦਾ ਹੋਣ ਵਾਲਾ ਹੈ। ਅਸਲ ਵਿੱਚ ਆਕਰਸ਼ਣ ਦਾ ਸਿਧਾਂਤ ਇਹ ਆ ਕਿ ਜਿਵੇਂ ਮੈਂ ਇਹ ਕੱਪੜੇ ਖਰਾਬ ਨਹੀਂ ਕਰਨਾ ਚਾਹੁੰਦਾ, ਸੋ ਇੱਥੇ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਕੁਦਰਤ ਦੇ ਕੋਲ ਇਹ ਮੈਸੇਜ ਜਾਂਦਾ ਹੈ ਕਿ ਮੈਂ ਕੱਪੜੇ ਖਰਾਬ ਕਰਨਾ ਚਾਹੁੰਦਾ ਹਾਂ। ਸੋ ਨਹੀਂ ਵਿੱਚੋਂ ਹਟ ਜਾਂਦਾ ਹੈ। ਮੈਂ ਨਹੀਂ ਚਾਹੁੰਦਾ ਕਿ ਮੈਂ ਲੇਟ ਹੋ ਜਾਵਾਂ, ਮੈਂ ਚਾਹੁੰਦਾ ਹਾਂ ਕਿ ਮੈਂ ਲੇਟ ਹੋ ਜਾਵਾਂ। ਮੈਂ ਨਹੀਂ ਚਾਹੁੰਦਾ ਹਾਂ ਕਿ ਮੈਂ ਇਸ ਵਾਰ ਫੇਲ ਹੋ ਜਾਵਾਂ। ਮੈਂ ਨਹੀਂ ਚਾਹੁੰਦਾ ਹਾਂ ਕਿ ਇਸ ਵਾਰ ਮੈਨੂੰ ਘੱਟ ਨੰਬਰ ਆਉਣ। ਸੋ ਇੱਥੇ ਤੁਹਾਡਾ ਮੈਸੇਜ ਜਾਵੇਗਾ ਕਿ ਮੈਂ ਚਾਹੁੰਦਾ ਹਾਂ ਮੈਂ ਫੇਲ ਹੋ ਜਾਵਾਂ, ਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਇਸ ਵਾਰ ਘੱਟ ਨੰਬਰ ਆਉਣ। ਸੋ ਇਸੇ ਤਰ੍ਹਾਂ ਜਿਵੇਂ ਕਿ ਮੇਰੀ ਕਿਤੇ ਰਿਫਿਊਜ਼ਲ ਨਾ ਲੱਗ ਜਾਵੇ, ਸੋ ਇੱਥੇ ਤੁਹਾਡਾ ਮੈਸੇਜ ਜਾਵੇਗਾ ਕਿ ਮੇਰੀ ਰਿਫਿਊਜ਼ਲ ਲੱਗ ਜਾਵੇ। ਸੋ ਆਕਰਸ਼ਣ ਦਾ ਨਿਯਮ ਤੁਹਾਨੂੰ ਉਹੀ ਦੇ ਰਿਹਾ ਹੈ ਜੋ ਤੁਸੀਂ ਸੋਚ ਰਹੇ ਹੋ। ਆਕਰਸ਼ਣ ਦੇ ਸਿਧਾਂਤ ਨਾਲ ਤੁਸੀਂ ਹਰ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੁੰਦੇ ਹੋ, ਬੇਸ਼ੱਕ ਉਹ ਕੋਈ ਲੋਕ ਹੋਣ ਜਾਂ ਕੋਈ ਨੌਕਰੀ ਹੋਵੇ। ਤੇ ਅਕਸਰ ਜਦੋਂ ਲੋਕ ਇਹ ਰਹੱਸ ਨੂੰ ਸਮਝਣ ਲੱਗਦੇ ਨੇ ਤਾਂ ਉਹ ਆਪਣੇ ਨਕਾਰਾਤਮਕ ਨੈਗੇਟਿਵ ਵਿਚਾਰਾਂ ਤੋਂ ਬਹੁਤ ਜ਼ਿਆਦਾ ਡਰਨ ਲੱਗ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਹੈ। ਸੋ ਇਸ ਚੀਜ਼ ਤੋਂ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਵਿਗਿਆਨਿਕ ਤੌਰ ਤੇ ਸਿੱਧ ਹੋ ਚੁੱਕਿਆ ਹੈ ਕਿ ਇੱਕ ਸਕਾਰਾਤਮਕ ਵਿਚਾਰ, ਪੋਜ਼ਿਟਿਵ ਵਿਚਾਰ ਨੈਗੇਟਿਵ ਵਿਚਾਰ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਹੁੰਦਾ ਹੈ।
ਸੋ ਇਸ ਪਾਸੇ ਤੋਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਤੇ ਦੂਸਰੀ ਗੱਲ ਕਿ ਸ਼ੁਕਰ ਹੈ ਇਹ ਚੀਜ਼ ਵਿੱਚ ਵਕਤ ਲੱਗਦਾ ਹੈ। ਤੁਹਾਡੇ ਸਾਰੇ ਵਿਚਾਰ ਉਸੇ ਵਕਤ ਸੱਚ ਨਹੀਂ ਹੁੰਦੇ। ਅਜਿਹਾ ਹੁੰਦਾ ਤਾਂ ਮੁਸ਼ਕਲ ਹੋ ਜਾਣੀ ਸੀ। ਸੋ ਇਹ ਚੀਜ਼ ਦਾ ਇਹ ਫਾਇਦਾ ਕਿ ਤੁਸੀਂ ਜੋ ਚਾਹੁੰਦੇ ਹੋ ਉਸ ਬਾਰੇ ਚੰਗੀ ਤਰ੍ਹਾਂ ਸੋਚੋ ਸਮਝੋ ਤੇ ਫਿਰ ਤੁਸੀਂ ਆਪਣਾ ਇੱਕ ਫੈਸਲਾ ਲਓ। ਸੋ ਤੁਹਾਨੂੰ ਆਪਣੇ ਵਿਚਾਰਾਂ ਤੇ ਸੁਚੇਤ ਰਹਿਣਾ ਚਾਹੀਦਾ ਹੈ, ਆਪਣੇ ਵਿਚਾਰਾਂ ਨੂੰ ਧਿਆਨ ਨਾਲ ਚੁਣਨਾ ਚਾਹੀਦਾ ਹੈ। ਸੋ ਜੇਕਰ ਹੁਣ ਤੁਸੀਂ ਇਹ ਚੀਜ਼ ਪਹਿਲੀ ਵਾਰ ਸੁਣ ਰਹੇ ਹੋ ਤਾਂ ਤੁਸੀਂ ਹੁਣ ਕਹੋਗੇ ਕਿ ਅੱਛਾ ਹੁਣ ਸਾਨੂੰ ਆਪਣੇ ਵਿਚਾਰਾਂ ਤੇ ਨਜ਼ਰ ਰੱਖਣੀ ਪਊਗੀ। ਸੋ ਇਹ ਤਾਂ ਬਹੁਤ ਮੁਸ਼ਕਲ ਕੰਮ ਹੈ। ਸੋ ਸ਼ੁਰੂ ਵਿੱਚ ਥੋੜਾ ਮੁਸ਼ਕਲ ਲੱਗ ਸਕਦਾ ਹੈ ਪਰ ਇੱਥੋਂ ਹੀ ਜ਼ਿੰਦਗੀ ਬਦਲਣ ਦੀ ਸ਼ੁਰੂਆਤ ਹੁੰਦੀ ਹੈ। ਤੇ ਵੈਸੇ ਵੀ ਹਰ ਇੱਕ ਵਿਚਾਰ ਤੇ ਨਜ਼ਰ ਰੱਖਣਾ ਬਹੁਤ ਮੁਸ਼ਕਲ ਕੰਮ ਹੈ। ਸੋ ਵਿਗਿਆਨਿਕਾਂ ਦੇ ਅਨੁਸਾਰ ਇੱਕ ਦਿਨ ਵਿੱਚ 60,000 ਵਿਚਾਰ ਆਉਂਦੇ ਨੇ। ਸੋ ਹੁਣ ਜੇਕਰ ਤੁਸੀਂ ਉਹਨਾਂ ਸਾਰਿਆਂ ਤੇ ਕਾਬੂ ਪਾਉਣ ਜਾਓਗੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੇ ਨਾਲ ਕੀ ਹੋਵੇਗਾ। ਜਿਵੇਂ ਕਿ ਤੁਸੀਂ ਅੱਲਾਦੀਨ ਵਾਲੀ ਕਹਾਣੀ ਸੁਣੀ ਹੋਵੇਗੀ। ਉਸ ਦੇ ਵਿੱਚ ਉਸ ਦੀਆਂ ਮੰਗਾਂ ਪੂਰੀਆਂ ਕਰਨ ਲਈ ਇੱਕ ਜਿੰਨ ਹੁੰਦਾ ਹੈ ਤੇ ਉਸ ਸਮੇਂ ਉਸ ਕੋਲ 3 ਖੁਆਇਸ਼ਾਂ ਹੁੰਦੀਆਂ ਨੇ ਪਰ ਤੁਹਾਡੇ ਕੋਲ ਅਸੀਮਿਤ ਖੁਆਇਸ਼ਾਂ ਪੂਰੀਆਂ ਕਰਨ ਲਈ ਇਹ ਕੁਦਰਤ ਬਣੀ ਹੋਈ ਹੈ। ਸੋ ਹਰ ਇੱਕ ਰੱਬ ਨੂੰ ਮੰਨਣ ਵਾਲਾ ਬੰਦਾ ਇਹ ਜ਼ਰੂਰ ਮੰਨਦਾ ਹੈ ਕਿ ਸਾਡੇ ਤੋਂ ਉੱਤੇ ਵੀ ਇੱਕ ਸ਼ਕਤੀ ਹੈ। ਸੋ ਜਿਸ ਨੂੰ ਤੁਸੀਂ ਰੱਬ, ਪਰਮਾਤਮਾ, ਕੁਦਰਤ ਕੁਝ ਵੀ ਮੰਨ ਸਕਦੇ ਹੋ। ਸਭ ਤੋਂ ਪਹਿਲਾਂ ਸਾਨੂੰ ਆਦੇਸ਼ ਦੇਣਾ ਆਉਣਾ ਚਾਹੀਦਾ ਹੈ, ਸਾਨੂੰ ਮੰਗਣਾ ਆਉਣਾ ਚਾਹੀਦਾ ਹੈ, ਜਿਸ ਕਾਰਨ ਕੁਦਰਤ ਨੂੰ ਪਤਾ ਲੱਗ ਸਕੇ ਕਿ ਤੁਹਾਨੂੰ ਚਾਹੀਦਾ ਕੀ ਹੈ। ਸੋ ਪ੍ਰੋਬਲਮ ਇਹ ਹੈ ਕਿ ਅਸੀਂ ਅੱਜ ਕੁਝ ਹੋਰ ਮੰਗ ਰਹੇ ਹੁੰਨੇ ਆ ਤੇ ਕੱਲ ਨੂੰ ਕੁਝ ਹੋਰ ਮੰਗ ਰਹੇ ਹੁੰਨੇ ਆ, ਜਿਸ ਕਾਰਨ ਕੁਦਰਤ ਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਹਾਨੂੰ ਚਾਹੀਦਾ ਕੀ ਹੈ। ਕਹਿਣ ਦਾ ਮਤਲਬ ਕਿ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹਨੂੰ ਪ੍ਰੈਜ਼ੈਂਟ ਦੇ ਵਿੱਚ ਸੋਚਣਾ ਪੈਣਾ ਹੈ ਜਾਂ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਉਸ ਨੂੰ ਲਿਖ ਸਕਦੇ ਹੋ ਕਿ ਅੱਜ ਤੁਸੀਂ ਉਹ ਬਣ ਚੁੱਕੇ ਹੋ। ਤੇ ਜੇਕਰ ਤੁਸੀਂ ਇਸ ਚੀਜ਼ ਨੂੰ ਕਰ ਲੈਂਦੇ ਹੋ ਇਸ ਤੋਂ ਬਾਅਦ ਹੁੰਦਾ ਹੈ ਫਿਰ ਕਮਾਲ। ਤੇ ਡਾਕਟਰ ਡੈਨਿਸ ਦੇ ਅਨੁਸਾਰ ਜਿਵੇਂ ਤੁਸੀਂ ਸੋਚੋਗੇ ਉਦਾਂ ਦਾ ਹੀ ਤੁਸੀਂ ਪਾਓਗੇ। ਤੇ ਉਹ ਦੱਸਦੇ ਨੇ ਕਿ ਦਿਮਾਗ ਦੇ ਬਾਰੇ ਦਿਲਚਸਪ ਗੱਲ ਇਹ ਹੈ ਕਿ ਜਦੋਂ ਇਹਨਾਂ ਨੇ ਆਧੁਨਿਕ ਬਾਇਓਫੀਡ ਉਪਕਰਨ ਦੇ ਤਾਰ ਓਲੰਪਿਕ ਖਿਡਾਰੀਆਂ ਦੇ ਦਿਮਾਗ ਨਾਲ ਜੋੜੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਦਿਮਾਗ 'ਚ ਹੀ ਆਪਣੀ ਰੇਸ ਦੌੜੋ ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਟਰੈਕ ਤੇ ਦੌੜਦੇ ਹੋ। ਤੇ ਇਹ ਰਿਸਰਚ ਇਹਨਾਂ ਨੇ 1980 ਤੇ 1990 ਦੇ ਓਲੰਪਿਕ ਪ੍ਰੋਗਰਾਮ ਵਿੱਚ ਕੀਤੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੀਆਂ ਮਾਸਪੇਸ਼ੀਆਂ ਉਸੇ ਤਰ੍ਹਾਂ ਫੜਕ ਰਹੀਆਂ ਸੀ ਜਿਵੇਂ ਕਿ ਮੰਨੋ ਕਿ ਇਹ ਟਰੈਕ ਤੇ ਹੀ ਦੌੜ ਰਹੇ ਹੋਣ। ਸੋ ਇਹ ਕਿਵੇਂ ਪੋਸੀਬਲ ਹੈ? ਕਿਉਂਕਿ ਦਿਮਾਗ ਇਹ ਪਹਿਚਾਣ ਨਹੀਂ ਪਾਉਂਦਾ ਕਿ ਤੁਸੀਂ ਇਹ ਸਿਰਫ ਸੋਚ ਰਹੇ ਹੋ ਜਾਂ ਇਹ ਵਾਕਈ ਕਰ ਰਹੇ ਹੋ। ਸੋ ਇਹਨਾਂ ਦੇ ਕਹਿਣ ਦੇ ਹਿਸਾਬ ਨਾਲ ਜੋ ਦਿਮਾਗ ਸੋਚਦਾ ਹੈ ਉਹੀ ਸਰੀਰ ਕਰਦਾ ਹੈ। ਸੋ ਕਈ ਵਾਰ ਇਹ ਨਤੀਜੇ ਆਉਣ ਦੇ ਬਿਲਕੁਲ ਨੇੜੇ ਹੁੰਦੇ ਨੇ ਤੇ ਉਦੋਂ ਤੱਕ ਅਸੀਂ ਅੱਕ ਚੁੱਕੇ ਹੁੰਨੇ ਆ ਤੇ ਸਾਨੂੰ ਨਤੀਜੇ ਨਹੀਂ ਮਿਲਦੇ ਕਿਉਂਕਿ ਅਸੀਂ ਕਹਿ ਦਿੰਨੇ ਆ ਕਿ ਇਹ ਸਭ ਕੁਝ ਬੇਕਾਰ ਹੈ, ਐਦਾਂ ਨਹੀਂ ਹੋ ਸਕਦਾ। ਤਾਂ ਫਿਰ ਕੁਦਰਤ ਤੁਹਾਡਾ ਉਹ ਹੁਕਮ ਵੀ ਮੰਨ ਲੈਂਦੀ ਹੈ। ਸੋ ਅਕਸਰ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਇਹੀ ਕਹਿੰਦੇ ਨੇ ਕਿ ਸਾਡੇ ਕੋਲ ਪੈਸੇ ਨਹੀਂ ਹੈ, ਅਸੀਂ ਅਫੋਰਡ ਨਹੀਂ ਕਰ ਸਕਦੇ। ਤਾਂ ਫਿਰ ਕੀ ਹੋਵੇਗਾ? ਤੁਸੀਂ ਸਾਰੀ ਉਮਰ ਉਹਨਾਂ ਨੂੰ ਅਫੋਰਡ ਨਹੀਂ ਕਰ ਸਕਦੇ। ਇਹ ਤੁਹਾਨੂੰ ਪਤਾ ਹੈ ਕਿ ਤੁਸੀਂ ਅਫੋਰਡ ਨਹੀਂ ਕਰ ਸਕਦੇ ਪਰ ਹਰ ਵੇਲੇ ਕਹਿਣਾ ਜ਼ਰੂਰੀ ਨਹੀਂ ਹੈ। ਹਰ ਵੇਲੇ ਇਹ ਕਹਿਣਾ ਨਹੀਂ ਕਿ ਪੈਸੇ ਖਤਮ ਹੋ ਗਏ ਨੇ। ਹਰ ਵੇਲੇ ਇਹ ਕਹਿਣਾ ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਔਖਾ ਘਰ ਚਲਾ ਰਹੇ ਹੋ। ਸੋ ਪੈਸਾ ਹਰ ਬੰਦੇ ਦੀ ਸੋਚ ਹੈ। ਸੋ ਇਹ ਮੈਟਰ ਕਰਦਾ ਕਿ ਉਹ ਸੋਚਦਾ ਕਿਵੇਂ ਹੈ। ਜੋ ਇਸ ਨੂੰ ਸੋਚਦਾ ਹੈ ਕਿ ਇਹ ਬਹੁਤ ਸੌਖਾ ਹੈ ਉਸ ਲਈ ਇਹ ਸੌਖਾ ਹੈ। ਜੋ ਇਸ ਨੂੰ ਸੋਚਦਾ ਹੈ ਕਿ ਇਹ ਬਹੁਤ ਮੁਸ਼ਕਲ ਹੈ ਤਾਂ ਉਸ ਲਈ ਇਹ ਮੁਸ਼ਕਲ ਵੀ ਹੈ। ਪਰ ਪੈਸੇ ਨੂੰ ਤਰੱਕੀ ਦਾ ਇੱਕ ਅੰਸ਼ ਮੰਨ ਸਕਦੇ ਹੋ। ਸਾਨੂੰ ਜ਼ਿੰਦਗੀ ਦੇ ਹਰ ਇੱਕ ਅੰਸ਼ ਵਿੱਚ ਕਾਮਯਾਬ ਹੋਣਾ ਪਵੇਗਾ ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ, ਜਦੋਂ ਤੱਕ ਤੁਹਾਨੂੰ ਅਸਲ ਵਿੱਚ ਮਾਨਸਿਕ ਤੌਰ ਤੇ ਖੁਸ਼ੀ ਨਹੀਂ ਮਿਲੇਗੀ। ਤੇ ਜੇਕਰ ਗੱਲ ਕਰੀਏ ਸਰੀਰ ਦੀ ਤਾਂ ਸਾਡੇ ਸਰੀਰ ਦੇ ਵਿੱਚ ਇੱਕ ਬੁਨਿਆਦੀ ਗੁਣ ਹੈ ਜਿਹਦੇ ਨਾਲ ਸਾਡਾ ਸਰੀਰ ਆਪਣੇ ਆਪ ਹੀ ਠੀਕ ਹੋਣ ਲੱਗ ਜਾਂਦਾ ਹੈ। ਸਾਨੂੰ ਕਿਤੇ ਜ਼ਖਮ ਹੁੰਦਾ ਹੈ ਉਹ ਆਪਣੇ ਆਪ ਹੀ ਠੀਕ ਹੋਣ ਲੱਗ ਜਾਂਦਾ ਹੈ। ਹੌਲੀ ਹੌਲੀ ਰੰਗ ਬਦਲਦਾ ਸਹੀ ਹੋ ਜਾਂਦਾ ਹੈ। ਜੇ ਬੈਕਟੀਰੀਆ ਤੋਂ ਸਾਨੂੰ ਇਨਫੈਕਸ਼ਨ ਹੋਇਆ ਹੈ ਤਾਂ ਇਮਿਊਨ ਸਿਸਟਮ ਸਾਡਾ ਉਸ ਨਾਲ ਲੜ ਕੇ ਉਸ ਨੂੰ ਠੀਕ ਕਰ ਦਿੰਦਾ ਹੈ। ਤੇ ਇਨਸਾਨ ਦਾ ਇਮਿਊਨ ਸਿਸਟਮ ਇਹੀ ਕੰਮ ਲਈ ਬਣਿਆ ਹੈ। ਸੋ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਕੋਈ ਵੀ ਬਿਮਾਰੀ ਉਹ ਸਰੀਰ ਵਿੱਚ ਨਹੀਂ ਰਹਿ ਸਕਦੀ ਜੋ ਬੰਦਾ ਤਨ ਮਨ ਤੋਂ ਤੰਦਰੁਸਤ ਹੋਵੇ। ਤੇ ਜੇਕਰ ਹੁਣ ਤੁਹਾਨੂੰ ਕੋਈ ਬਿਮਾਰੀ ਹੈ, ਤੁਸੀਂ ਉਸ ਬਾਰੇ ਹੀ ਸੋਚ ਰਹੇ ਹੋ, ਉਸ ਬਾਰੇ ਹੀ ਲੋਕਾਂ ਨਾਲ ਗੱਲ ਕਰ ਰਹੇ ਹੋ ਤਾਂ ਤੁਸੀਂ ਜ਼ਿਆਦਾ ਬਿਮਾਰ ਕੋਸ਼ਿਕਾਵਾਂ ਨੂੰ ਪੈਦਾ ਕਰੋਗੇ। ਸੋ ਤੁਸੀਂ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ ਸਰੀਰ ਵਿੱਚ ਦੇਖੋ ਤੇ ਆਪਣੀ ਬਿਮਾਰੀ ਨੂੰ ਆਪਣੇ ਡਾਕਟਰ ਦੇ ਹਵਾਲੇ ਕਰ ਦਿਓ। ਤੇ ਕਿਸੇ ਸਰੀਰ ਵਿੱਚੋਂ ਜਦੋਂ ਕਿਸੇ ਤਣਾਅ ਨੂੰ ਕੱਢ ਦਿੱਤਾ ਜਾਵੇ ਤਾਂ ਸਰੀਰ ਉਹੀ ਕੰਮ ਕਰਦਾ ਹੈ ਜੋ ਉਸ ਦਾ ਬੁਨਿਆਦੀ ਕੰਮ ਹੈ, ਆਪਣੇ ਆਪ ਨੂੰ ਠੀਕ ਕਰਨਾ। ਸੋ ਇਸ ਤਰ੍ਹਾਂ ਤੁਸੀਂ ਲੋਕਾਂ ਦੇ ਕੈਂਸਰ ਵੀ ਠੀਕ ਹੁੰਦੇ ਦੇਖੇ ਹੋਣਗੇ। ਅੱਖਾਂ ਦੀ ਰੌਸ਼ਨੀ ਤੱਕ ਵਾਪਸ ਆਈ ਹੈ। ਸੋ ਆਪਣੀ ਜ਼ਿੰਦਗੀ ਤੁਸੀਂ ਬਦਲ ਸਕਦੇ ਹੋ, ਖੁਦ ਨੂੰ ਠੀਕ ਕਰ ਸਕਦੇ ਹੋ। ਸੋ 10 ਮਾਰਚ 1981 ਨੂੰ ਮੌਰਿਸ ਦਾ ਪਲੇਨ ਕ੍ਰੈਸ਼ ਹੋ ਗਿਆ ਸੀ। ਸੋ ਇਸ ਨੂੰ ਲਕਵੇ ਦੀ ਹਾਲਤ ਵਿੱਚ ਹਸਪੀਟਲ ਲਿਆਂਦਾ ਗਿਆ। ਸੋ ਇਸ ਦੀ ਰੀੜ੍ਹ ਦੀ ਹੱਡੀ ਟੁੱਟ ਚੁੱਕੀ ਸੀ ਤੇ ਨਾ ਇਹ ਖਾ ਸਕਦਾ ਸੀ ਤੇ ਨਾ ਹੀ ਪੀ ਸਕਦਾ ਸੀ ਤੇ ਫੇਫੜੇ ਨਸ਼ਟ ਹੋ ਗਏ ਸੀ। ਇਹ ਸਾਹ ਵੀ ਨਹੀਂ ਲੈ ਸਕਦਾ ਸੀ। ਜੇ ਕੁਝ ਕਰ ਸਕਦਾ ਸੀ ਤਾਂ ਇਹ ਸਿਰਫ ਪਲਕਾਂ ਝਪਕਾ ਸਕਦਾ ਸੀ। ਤੇ ਡਾਕਟਰਾਂ ਦਾ ਕਹਿਣਾ
ਕਹਿਣਾ ਸੀ ਕਿ ਜੇਕਰ ਇਹ ਜਿਉਂਦਾ ਰਿਹਾ ਤਾਂ ਇਹ ਐਦਾਂ ਹੀ ਰਹਿ ਸਕਦਾ ਹੈ, ਬੇਜਾਨ। ਸੋ ਇੱਥੇ ਮੌਰਿਸ ਦਾ ਕਹਿਣਾ ਕਿ ਇਹ ਸਿਰਫ ਉਹਨਾਂ ਦੀ ਸੋਚ ਸੀ, ਇਸ ਦੇ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ। ਅਸਲ ਗੱਲ ਇਹ ਸੀ ਕਿ ਮੈਂ ਕੀ ਸੋਚ ਰਿਹਾ ਸੀ। ਸੋ ਇਹਨਾਂ ਦਾ ਕਹਿਣਾ ਕਿ ਮੈਂ ਆਪਣੇ ਆਪ ਨੂੰ ਇੱਕ ਨਾਰਮਲ ਇਨਸਾਨ ਵਾਂਗ ਸੋਚਣ ਲੱਗਿਆ ਜੋ ਇਹ ਹਸਪੀਟਲ ਤੋਂ ਬਾਹਰ ਤੁਰ ਕੇ ਜਾ ਰਿਹਾ ਹੈ। ਸੋ ਇਹਨਾਂ ਦਾ ਕਹਿਣਾ ਸੀ ਕਿ ਮੈਨੂੰ ਸਿਰਫ ਆਪਣੇ ਦਿਮਾਗ ਤੇ ਕੰਮ ਕਰਨਾ ਸੀ। ਸੋ ਜੇਕਰ ਦਿਮਾਗ ਤੁਹਾਡਾ ਸਾਥ ਦੇਣ ਲੱਗ ਜੇ ਤਾਂ ਤੁਸੀਂ ਸਾਰੀਆਂ ਖਿਲਰੀਆਂ ਹੋਈਆਂ ਚੀਜ਼ਾਂ ਨੂੰ ਸਮੇਟ ਸਕਦੇ ਹੋ। ਉਹਨਾਂ ਨੇ ਕਹਿ ਦਿੱਤਾ ਸੀ ਕਿ ਇਸ ਦੇ ਫੇਫੜੇ ਬੇਕਾਰ ਹੋ ਚੁੱਕੇ ਨੇ, ਇਹ ਹੁਣ ਕਦੇ ਖੁਦ ਸਾਹ ਨਹੀਂ ਲੈ ਸਕਦਾ। ਪਰ ਸਾਹ ਲੈਣ ਬਾਰੇ ਇੱਕ ਅੰਦਰ ਤੋਂ ਗਹਿਰੀ ਆਵਾਜ਼ ਆ ਰਹੀ ਸੀ। ਸੋ ਆਖਰਕਾਰ ਮੌਰਿਸ ਖੁਦ ਸਾਹ ਲੈਣ ਜੋਗਾ ਹੋ ਗਿਆ ਸੀ, ਪਰ ਡਾਕਟਰਾਂ ਦੀ ਸਮਝ ਨਹੀਂ ਆਇਆ। ਸੋ ਉਸਨੇ ਠਾਣ ਲਿਆ ਸੀ ਕਿ ਮੈਂ ਕ੍ਰਿਸਮਸ ਦੇ ਦਿਨ ਹਸਪੀਟਲ ਤੋਂ ਤੁਰ ਕੇ ਨਿਕਲਾਂਗਾ। ਸੋ 8 ਮਹੀਨੇ ਬਾਅਦ ਉਹ ਖੁਦ ਆਪਣੇ ਪੈਰਾਂ ਤੇ ਚੱਲ ਕੇ ਬਾਹਰ ਨਿਕਲਿਆ, ਤੇ ਜਿਸ ਨੂੰ ਉਹਨਾਂ ਨੇ ਕਿਹਾ ਸੀ ਕਿ ਇਹ ਅਸੰਭਵ ਹੈ। ਸੋ ਜੇਕਰ ਇਹ ਸਵਾਲ ਕਿਸੇ ਦੇ ਦਿਮਾਗ ਵਿੱਚ ਆ ਰਿਹਾ ਹੈ ਕਿ ਜੇਕਰ ਸਾਰੇ ਲੋਕ ਹੀ ਏਦਾਂ ਕਰਨ ਲੱਗ ਜਾਣ, ਸਾਰੇ ਹੀ ਇਹ ਰਹੱਸਿਆਂ ਨੂੰ ਸਮਝ ਜਾਣ, ਤਾਂ ਫਿਰ ਸਾਰੀਆਂ ਚੀਜ਼ਾਂ ਖਤਮ ਨਹੀਂ ਹੋ ਜਾਣਗੀਆਂ ਜੇਕਰ ਸਭ ਨੂੰ ਹੀ ਹਰੇਕ ਚੀਜ਼ ਮਿਲ ਗਈ। ਪਰ ਇਹ ਰਹੱਸ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਹ ਸਾਡੇ ਸਾਰਿਆਂ ਲਈ ਸਾਡੇ ਚਾਹਣ ਨਾਲੋਂ ਬਹੁਤ ਜ਼ਿਆਦਾ ਹੈ। ਸੋ ਇਹ ਦੁਨੀਆ ਤੇ ਹਰ ਕਿਸੇ ਦੀ ਚਾਹਤ ਅਲੱਗ-ਅਲੱਗ ਹੈ। ਹਰ ਕਿਸੇ ਨੂੰ BMW ਨਹੀਂ ਚਾਹੀਦੀ, ਹਰ ਕਿਸੇ ਨੂੰ ਇੱਕ ਤਰ੍ਹਾਂ ਦਾ ਹੀ ਇਨਸਾਨ ਨਹੀਂ ਚਾਹੀਦਾ, ਹਰ ਕਿਸੇ ਨੂੰ ਇੱਕ ਤਰ੍ਹਾਂ ਦੀ ਹੀ ਨੌਕਰੀ ਨਹੀਂ ਚਾਹੀਦੀ, ਹਰ ਕਿਸੇ ਨੂੰ ਇੱਕ ਤਰ੍ਹਾਂ ਦੇ ਹੀ ਕੱਪੜੇ ਨਹੀਂ ਚਾਹੀਦੇ, ਤੇ ਹਰ ਕੋਈ ਇੱਕੋ ਜਿਹਾ ਤਜਰਬਾ ਨਹੀਂ ਚਾਹੁੰਦਾ। ਸੋ ਕਿਸੇ ਨੂੰ ਸੁੱਖ ਸ਼ਾਂਤੀ ਚਾਹੀਦੀ ਹੈ ਤੇ ਕਿਸੇ ਲਈ 2 ਟਾਈਮ ਦੀ ਰੋਟੀ ਆਪਣੇ ਪਰਿਵਾਰ ਨਾਲ ਬੈਠ ਕੇ ਖਾਣਾ ਹੀ ਬਹੁਤ ਵੱਡੀ ਗੱਲ ਹੈ। ਸੋ ਹਰ ਇੱਕ ਦੀਆਂ ਛਾਵਾਂ ਅਲੱਗ-ਅਲੱਗ ਨੇ, ਨਾ ਕਿ ਸਾਰਿਆਂ ਦੀਆਂ ਛਾਵਾਂ ਇੱਕੋ ਨੇ। ਸੋ ਇਸ ਤੇ ਵਿਸ਼ਵਾਸ ਕਰਕੇ ਦੇਖੋ, ਇਸ ਦਾ ਅਸਰ ਤੁਹਾਨੂੰ ਦਿਖਾਈ ਦੇਵੇਗਾ। ਸੋ ਆਕਰਸ਼ਣ ਦੇ ਨਿਯਮ ਦੀ ਇੱਕ ਉਦਾਹਰਨ ਇਹ ਵੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੇ ਲੋਕਾਂ ਨੂੰ ਵੀ ਦੇਖਿਆ ਹੋਵੇਗਾ ਜਿਨ੍ਹਾਂ ਨੇ ਬਹੁਤ ਸਾਰੀ ਦੌਲਤ ਹਾਸਲ ਕਰਕੇ ਗਵਾ ਦਿੱਤੀ, ਪਰ ਕੁਝ ਸਮੇਂ ਬਾਅਦ ਹੀ ਦੁਬਾਰਾ ਫੇਰ ਹਾਸਲ ਕਰ ਲਈ। ਸੋ ਇਹ ਕਿਵੇਂ ਹੋਇਆ? ਸੋ ਉਹਨਾਂ ਨੂੰ ਪਤਾ ਹੋਵੇ ਜਾਂ ਨਾ, ਪਰ ਹੋਇਆ ਇਹ ਸੀ ਕਿ ਉਹ ਦੌਲਤ ਬਾਰੇ ਬੜੀ ਦ੍ਰਿੜਤਾ ਨਾਲ ਸੋਚਦੇ ਸੀ, ਇਸ ਲਈ ਉਹ ਦੌਲਤ ਨੂੰ ਹਾਸਲ ਕਰਨ ਵਿੱਚ ਸਫਲ ਹੋਏ। ਪਰ ਬਾਅਦ ਵਿੱਚ ਉਹਨਾਂ ਨੇ ਦੌਲਤ ਗਵਾਉਣ ਦੇ ਡਰਾਉਣੇ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚ ਆਉਣ ਦਿੱਤਾ ਜਦੋਂ ਤੱਕ ਇਹ ਸਿੱਧ ਨਹੀਂ ਹੋਇਆ। ਸੋ ਇਸ ਕਰਕੇ ਦੌਲਤ ਪਾਉਣ ਦੇ ਵਿਚਾਰਾਂ ਦਾ ਪਲੜਾ ਹਲਕਾ ਹੋ ਗਿਆ ਤੇ ਦੌਲਤ ਗਵਾਉਣ ਦੇ ਵਿਚਾਰਾਂ ਦਾ ਪਲੜਾ ਭਾਰੀ ਹੋ ਗਿਆ ਸੀ। ਇਸੇ ਕਾਰਨ ਉਹਨਾਂ ਨੇ ਦੌਲਤ ਗਵਾ ਦਿੱਤੀ, ਪਰ ਦੌਲਤ ਜਾਣ ਤੋਂ ਬਾਅਦ ਇਸ ਦੇ ਜਾਣ ਦਾ ਡਰ ਵੀ ਗਾਇਬ ਹੋ ਗਿਆ। ਸੋ ਇਸ ਕਰਕੇ ਉਹਨਾਂ ਨੇ ਦੌਲਤ ਦੇ ਪ੍ਰਬਲ ਵਿਚਾਰਾਂ ਨੂੰ, ਤਕੜੇ ਤੇ ਸਕਾਰਾਤਮਕ ਵਿਚਾਰਾਂ ਨੂੰ ਦੁਆਰਾ ਭਾਰੀ ਕਰ ਲਿਆ ਤੇ ਦੌਲਤ ਦੁਆਰਾ ਪਰਤ ਆਈ। ਸੋ ਆਕਰਸ਼ਣ ਦਾ ਨਿਯਮ ਤੁਹਾਡੇ ਵਿਚਾਰਾਂ ਤੇ ਪ੍ਰਤੀਕਿਰਿਆ ਕਰਦਾ ਹੈ, ਚਾਹੇ ਉਹ ਜਿਵੇਂ ਦੇ ਵੀ ਹੋਣ। ਸੋ ਲੋਕਾਂ ਨੂੰ ਉਹਨਾਂ ਦੀ ਮਨਚਾਹੀ ਚੀਜ਼ ਨਾ ਮਿਲਣ ਦਾ ਇਕੱਲਾ ਕਾਰਨ ਇਹ ਆ ਕਿ ਉਹ ਇਸ ਬਾਰੇ ਸੋਚ ਰਹੇ ਨੇ ਕਿ ਉਹ ਕੀ ਨਹੀਂ ਚਾਹੁੰਦੇ ਨੇ, ਬਜਾਏ ਇਸ ਦੇ ਕਿ ਉਹ ਕੀ ਚਾਹੁੰਦੇ ਨੇ। ਆਪਣੇ ਵਿਚਾਰਾਂ ਤੇ ਗੌਰ ਕਰੋ ਤੇ ਆਪਣੇ ਸ਼ਬਦਾਂ ਨੂੰ ਸੁਣੋ। ਸੋ ਇੱਥੇ ਜੌਨ ਅਸ਼ਰਫ ਦਾ ਕਹਿਣਾ ਹੈ ਕਿ ਮਨੁੱਖ ਜਾਤੀ ਵਿੱਚ ਇੱਕ ਸਦੀਆਂ ਤੋਂ ਮਹਾਮਾਰੀ ਫੈਲੀ ਹੋਈ ਹੈ, ਜਿਹੜੀ ਕਿ ਪਲੇਗ ਤੋਂ ਵੀ ਮਾੜੀ ਹੈ, ਤੇ ਇਹ ਮਹਾਮਾਰੀ ਦਾ ਨਾਮ ਹੈ ਮੈਂ ਨਹੀਂ ਚਾਹੁੰਦਾ ਹਾਂ। ਤੇ ਇਸ ਨੂੰ ਮਨੁੱਖ ਹਮੇਸ਼ਾ ਆਪਣੇ ਦਿਮਾਗ ਵਿੱਚ ਰੱਖਦਾ ਹੈ। ਜਦੋਂ ਵੀ ਕੋਈ ਗੱਲ ਕਰਨੀ ਹੈ ਤਾਂ ਨਹੀਂ ਚਾਹੁੰਦਾ ਉਹ ਹਮੇਸ਼ਾ ਵਰਤਦਾ ਹੈ। ਸੋ ਕਹਿਣ ਦਾ ਮਤਲਬ ਕਿ ਕੁਝ ਕੁ ਬੰਦੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੇ ਨਾ ਹਮੇਸ਼ਾ ਕਰਨੀ ਹੁੰਦੀ ਹੈ, ਜਿਨ੍ਹਾਂ ਨੂੰ ਆਪਾਂ ਨੰਨਾ ਪਾਉਣ ਵਾਲਾ ਬੰਦਾ ਵੀ ਕਹਿੰਦੇ ਆ। ਇਸ ਲਈ ਤੁਹਾਨੂੰ ਬਸ ਇਹ ਸੋਚਣਾ ਤੇ ਬੋਲਣਾ ਹੈ ਜੋ ਤੁਸੀਂ ਚਾਹੁੰਦੇ ਹੋ। ਸੋ ਇਹ ਸਾਰੀਆਂ ਗੱਲਾਂ ਰਹੱਸਿਆ ਕਿਤਾਬ ਵਿੱਚੋਂ ਲਈਆਂ ਗਈਆਂ ਨੇ, ਜਿਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਤੇ ਤੁਹਾਨੂੰ ਦੱਸ ਦਈਏ ਕਿ ਅਸੀਂ ਜ਼ਿਆਦਾਤਰ ਸਮਾਂ ਸੋਚਦੇ ਰਹਿੰਦੇ ਹਾਂ। ਜਦੋਂ ਤੁਸੀਂ ਕਿਸੇ ਨੂੰ ਬੋਲਦੇ ਜਾਂ ਸੁਣਦੇ ਹੋ ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਅਖਬਾਰ ਪੜ੍ਹਦੇ ਹੋ ਜਾਂ ਟੈਲੀਵਿਜ਼ਨ ਦੇਖਦੇ ਹੋ ਉਦੋਂ ਵੀ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਅਤੀਤ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹੋ ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਭਵਿੱਖ ਬਾਰੇ ਵਿਚਾਰ ਕਰਦੇ ਹੋ ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਕਾਰ ਚਲਾਉਂਦੇ ਹੋ ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਸੋ ਕਈ ਬੰਦਿਆਂ ਦਾ ਸੋਚਣਾ ਉਦੋਂ ਬੰਦ ਹੁੰਦਾ ਜਦੋਂ ਉਹ ਸੌਂ ਜਾਂਦੇ ਨੇ, ਤੇ ਕਈ ਵਾਰ ਨੀਂਦਰ ਵਿੱਚ ਵੀ ਆਕਰਸ਼ਣ ਦਾ ਸਿਧਾਂਤ ਸਾਡੇ ਸੌਣ ਤੋਂ ਪਹਿਲਾਂ ਵਾਲੇ ਵਿਚਾਰਾਂ ਤੇ ਕੰਮ ਕਰਦਾ ਰਹਿੰਦਾ ਹੈ। ਸੋ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਸੌਣ ਲੱਗੇ ਚੰਗੇ ਵਿਚਾਰ ਸੋਚੋ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ, ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।